ਤੁਸੀਂ ਕਿਸ ਤਰ੍ਹਾਂ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੰਮ ਕਰ ਰਹੇ ਹੋ, ਕਿਸ ਤਰ੍ਹਾਂ KPU ਦੇ ਵਿੱਚ ਤੁਹਾਡਾ ਰੋਲ ਹੈਗਾ, ਕਿਸ ਤਰ੍ਹਾਂ ਤੁਸੀਂ ਆਪਣਾ ਰੋਲ ਪਲੇ ਕਰ ਰਹੇ ਹੋ ਕਮਿਊਨਿਟੀ ਦੇ ਵਿੱਚ? ਇਹਦਾ ਮੇਨ ਹੈਗਾ ਐਜੂਕੇਸ਼ਨ ਤਾਂ ਪ੍ਰੀਵੈਂਸ਼ਨ। ਐਂਡ ਗੋਲ ਹੈਗਾ ਆ ਕਿ ਐਲੀਮੀਨੇਟ ਕਰੀਏ ਵਾਇਲੈਂਸ ਸੋਸਾਇਟੀ ਦੇ ਵਿੱਚ। ਐਵਰੇਜ ਪਰਸਨ ਕਿੱਦਾਂ ਰੈਕਗਨਾਈਜ਼ ਕਰ ਸਕਦਾ ਕਿ ਅਬਿਊਜ਼ ਕੀਆ, ਤਾਂ ਫਿਰ ਜੇ ਉਹਨਾਂ ਨੂੰ ਲੱਗਦਾ ਆ ਕਿ ਉਹ ਕੋਈ ਅਬਿਊਜ਼ ਹੋ ਰਿਹਾ ਆ, ਫਿਰ ਉਹਨਾਂ ਦੀ ਮਦਦ ਕਿੱਦਾਂ ਕਰਨੀ ਆ। ਅਸੀਂ ਸਰਵਿਸਿਜ਼ ਨਹੀਂ ਦਿੰਦੇ, ਜਿਹੜੇ ਸਾਡੇ ਪਾਰਟਨਰਸ ਆ ਸਾਰੇ ਉਹ ਸਰਵਿਸਿਜ਼ ਦਿੰਦੇ ਆ। ਅਸੀਂ ਤਾਂ ਸਿਰਫ ਉਹਨਾਂ ਨੂੰ ਇਕੱਠੇ ਕਰਦੇ ਆ ਕਿ ਉਹਨਾਂ ਨੂੰ ਪਤਾ ਹੋਵੇ। ਤੋ ਇਮੋਸ਼ਨਲ ਅਬਿਊਜ਼ ਹੋ ਸਕਦਾ, ਸੈਕਸ਼ੂਅਲ, ਫਾਈਨੈਂਸ਼ੀਅਲ, ਸਪਿਰਿਚੁਅਲ, ਫਿਜ਼ੀਕਲ, ਤਾਂ ਤੁਸੀਂ ਕਿਹਾ ਹੀ ਸੀਗਾ, ਰਾਈਟ? Because society ਕਹਿੰਦੀ ਸੀਗੀ no, ਇਹ ਤਾਂ husband and wife or family ਦਾ problem ਆ, ਇਹ society ਦਾ problem ਨਹੀਂ ਹੈਗਾ। ਯੰਗ ਜਨਰੇਸ਼ਨ ਜਿਹੜੀ ਤੁਹਾਡੇ ਨਾਲ ਬੱਚੇ ਕੰਮ ਕਰਦੇ ਨੇ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਜਦੋਂ ਇਦਾਂ ਦੀਆਂ ਸਟੋਰੀਜ਼ ਬਾਹਰ ਆਉਂਦੀਆਂ? ਸਾਨੂੰ ਟ੍ਰੇਨਿੰਗ ਪੇਰੈਂਟਸ ਨੂੰ ਕਰਨੀ ਚਾਹੀਦੀ ਆ ਬਿਫੋਰ ਬੇਬੀਜ਼ ਆਰ ਬੋਰਨ। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਸਪੈਸ਼ਲ ਸੈਗਮੈਂਟ ਦੇ ਵਿੱਚ ਸਵਾਗਤ ਹੈ। ਇਸ ਸੈਗਮੈਂਟ ਦੇ ਵਿੱਚ ਹਰ ਹਫਤੇ ਅਸੀਂ ਤੁਹਾਡੇ ਤੱਕ ਗੱਲਬਾਤ ਕਰਾਂਗੇ ਵੈਲਬੀਇੰਗ ਦੇ ਬਾਰੇ, ਕਿ ਅਸੀਂ ਕਿਸ ਤਰ੍ਹਾਂ ਸੁਸਾਇਟੀ ਦੇ ਵਿੱਚ ਵੀ ਖੁਸ਼ ਰਹਿ ਸਕਦੇ ਹਾਂ, ਘਰ ਦੇ ਵਿੱਚ ਵੀ ਖੁਸ਼ ਰਹਿ ਸਕਦੇ ਹਾਂ, ਤੇ ਨਾਲ ਅਸੀਂ ਬਾਹਰੀ ਹੈਲਥੀ ਵੀ ਰਹਿ ਸਕਦੇ ਹਾਂ, ਤੇ ਨਾਲ ਅੰਦਰੂਨੀ ਸੋਲ ਵੀ ਸਾਡੀ ਹੈਪੀ ਹੋਵੇ। ਸੋ ਉਸ ਤਰ੍ਹਾਂ ਦਾ এনवायरमेंट ਕਿਸ ਤਰ੍ਹਾਂ ਕ੍ਰੀਏਟ ਕੀਤਾ ਜਾ ਸਕਦਾ ਹੈ? ਕ੍ਰੀਏਟ ਕੀਤਾ ਜਾ ਸਕਦਾ ਐਜੂਕੇਟ ਕਰਕੇ, ਆਪਣੀ ਫੈਮਿਲੀ ਨੂੰ ਐਜੂਕੇਟ ਕਰਕੇ। ਤੇ ਅਸੀਂ ਸਟਾਰਟ ਕਰ ਸਕਦੇ ਹਾਂ ਖੁਦ ਤੋਂ। ਪਹਿਲਾਂ ਸਾਨੂੰ ਖੁਦ ਐਜੂਕੇਟ ਹੋਣਾ ਪੈਣਾ, ਤੇ ਫਿਰ ਬਾਅਦ ਵਿੱਚ ਅਸੀਂ ਸੁਸਾਇਟੀ ਨੂੰ ਦੱਸ ਸਕਦੇ ਹਾਂ ਕਿ ਮੈਨਸ ਐਂਡ ਵੂਮਨਸ ਦੇ ਆਰ ਇਕੁਅਲ, ਰਾਈਟਸ ਇਕੁਅਲ ਹੈਗੇ ਨੇ। ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਅਜੇ ਵੀ ਕੰਮ ਕਰਨ ਵਾਲਾ। ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਰਿਲੇਸ਼ਨਸ਼ਿਪਸ ਦੇ ਵਿੱਚ ਵਾਇਲੈਂਸ ਜਿਹੜੀ ਹੈ ਉਹਨੂੰ ਐਲੀਮੀਨੇਟ ਕਰਨ ਦੇ ਲਈ ਕੰਮ ਕਰ ਰਹੀ ਹੈ। ਪੂਰੇ 10 ਸਾਲ ਹੋ ਗਏ ਨੇ ਇਹਨਾਂ ਨੂੰ ਕੰਮ ਕਰਦਿਆਂ। ਕੀ ਅਜੇ ਵੀ ਸੁਸਾਇਟੀ ਦੇ ਵਿੱਚ ਚੇਂਜ ਆਇਆ? ਇਹ ਆਰਗੇਨਾਈਜੇਸ਼ਨ ਕਿਉਂ ਬਣਾਈ ਗਈ ਸੀ, ਕਿਸ ਤਰ੍ਹਾਂ ਬਣਾਈ ਗਈ ਸੀ, ਕਿਸ ਕੰਮ ਦੇ ਲਈ ਬਣਾਈ ਗਈ ਸੀ, ਇਹ ਸਾਰੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਹੋਣਗੀਆਂ। ਤੇ ਅਗਲੇ ਪ੍ਰੋਗਰਾਮਸ ਦੇ ਵਿੱਚ ਵੀ ਅਸੀਂ ਟਰਾਈ ਕਰਾਂਗੇ ਤੁਹਾਡੇ ਤੱਕ ਅਜਿਹੇ ਮੁੱਦੇ ਪਹੁੰਚਾਉਣ ਦੀ, ਅਜਿਹੇ ਚੀਜ਼ਾਂ ਪਹੁੰਚਾਉਣ ਦੀ ਜਿਨ੍ਹਾਂ ਦੇ ਉੱਤੇ ਸੁਸਾਇਟੀ ਨੂੰ ਕੰਮ ਕਰਨ ਦੀ ਲੋੜ ਹੈ, ਤਾਂ ਕਿ ਸੁਸਾਇਟੀ ਬੈਟਰ ਹੋ ਸਕੇ, ਅਸੀਂ ਬੈਟਰ ਹੋ ਸਕੀਏ, ਸਾਡੀ ਇੰਟਰਨਲ ਸੋਲ ਜਿਹੜੀ ਆ ਉਹ ਵੀ ਬੈਟਰ ਹੋ ਸਕੇ। ਸੋ ਅੱਜ ਗੱਲ ਕਰਾਂਗੇ ਅਸੀਂ ਡਾਕਟਰ ਬਲਬੀਰ ਗੁਰਮ ਦੇ ਨਾਲ। ਲੈਟਸ ਵੈਲਕਮ। ਸੋ ਵੈਲਕਮ ਡਾਕਟਰ ਗੁਰਮ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਅਰਸ਼ਦੀਪ ਜੀ। ਸੋ ਡਾਕਟਰ ਗੁਰਮ, ਆਪਾਂ ਪਿਛਲੀ ਵਾਰ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਤੁਸੀਂ ਕਿਸ ਤਰ੍ਹਾਂ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੰਮ ਕਰ ਰਹੇ ਹੋ, ਕਿਸ ਤਰ੍ਹਾਂ KPU ਦੇ ਵਿੱਚ ਤੁਹਾਡਾ ਰੋਲ ਹੈਗਾ, ਕਿਸ ਤਰ੍ਹਾਂ ਤੁਸੀਂ ਆਪਣਾ ਰੋਲ ਪਲੇ ਕਰ ਰਹੇ ਹੋ ਕਮਿਊਨਿਟੀ ਦੇ ਵਿੱਚ, ਤੇ ਨਾਲ ਇਨਕਰੇਜ ਕਰ ਰਹੇ ਹੋ ਦੂਜਿਆਂ ਨੂੰ ਕਿ ਅਸੀਂ ਵੀ ਆਪਣਾ ਖੁਦ ਦਾ ਰੋਲ ਜਿਹੜਾ ਉਹ ਪਲੇ ਕਰੀਏ। ਅਸੀਂ ਹੁਣ 21st ਸੈਂਚੁਰੀ ਦੇ ਵਿੱਚ ਰਹਿ ਰਹੇ ਹੈਗੇ ਹਾਂ, ਤੇ ਅਸੀਂ ਅਫੋਰਡ ਨਹੀਂ ਕਰਦੇ ਕਿ ਅਸੀਂ ਜਿਹੜੀ ਆ ਉਹ ਬੈਕ ਮੈਂਟੈਲਿਟੀ, ਜਦੋਂ ਐਜੂਕੇਸ਼ਨ ਨਹੀਂ ਹੁੰਦੀ ਸੀ ਉਦੋਂ ਦੀਆਂ ਚੀਜ਼ਾਂ ਅਜੇ ਵੀ ਆਪਣੇ ਨਾਲ ਲੈ ਕੇ ਚੱਲੀਏ, ਕਿਉਂਕਿ ਇਹ ਫੈਮਿਲੀ ਦੀ ਰਿਸਪੌਂਸਿਬਿਲਿਟੀ ਵੀ ਹੈ, ਇੰਡੀਵਿਜੂਅਲ ਦੀ ਰਿਸਪੌਂਸਿਬਿਲਿਟੀ ਵੀ ਹੈ, ਐਜ਼ ਅ ਸੁਸਾਇਟੀ, ਕਿਉਂਕਿ ਅਸੀਂ ਵੀ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਸਾਡੀ ਵੀ ਰਿਸਪੌਂਸਿਬਿਲਿਟੀ ਹੈ। ਤੁਸੀਂ ਇੱਕ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਹੈ, ਨੈਵਰ ਨੈਟਵਰਕ ਟੂ ਐਲੀਮੀਨੇਟ ਵਾਇਲੈਂਸ ਇਨ ਰਿਲੇਸ਼ਨਸ਼ਿਪ। ਪਹਿਲਾਂ ਤਾਂ ਉਹਦੇ ਬਾਰੇ ਦੱਸੋ ਜੀ। ਸੋ ਜਿਹੜੀ ਨੈਵਰ ਆ, ਇਹ ਅਸੀਂ ਜਿੱਦਾਂ ਤੁਸੀਂ ਕਿਹਾ 10 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਅਸੀਂ ਹਰੇਕ ਸਾਲ ਕਾਨਫਰੰਸ ਕਰਦੇ ਸੀਗੇ KPU 'ਚ, ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ 'ਚ। ਤਾਂ ਜਿਹੜੇ ਸਾਡੇ ਆਡੀਅנס ਸੀ ਸਾਰੇ ਸਰਵਿਸ ਪ੍ਰੋਵਾਈਡਰ ਸੀਗੇ। ਉਹ ਕਹਿੰਦੇ ਸੀ ਇਹ ਤੁਸੀਂ ਬਹੁਤ ਵਧੀਆ ਕਰਦੇ ਆ ਕਿ ਸਾਨੂੰ ਐਜੂਕੇਸ਼ਨ ਮਿਲਦਾ ਆ, ਪਰ ਜ਼ਿਆਦਾ ਚੇਂਜਸ ਦੀ ਲੋੜ ਆ, ਇਕੱਲੇ ਐਜੂਕੇਸ਼ਨ ਦੀ ਨਹੀਂ ਲੋੜ ਹੈਗੀ। ਸੋ ਉਹਨੇ ਇਨਕਰੇਜ ਕੀਤਾ ਸੀਗਾ ਕਿ ਅਸੀਂ ਸ਼ੁਰੂ ਕਰੀਏ। ਸੋ ਉਹਨਾਂ ਦੇ ਕਰਕੇ ਇਹ ਸਾਰੇ ਸ਼ੁਰੂ ਹੋਈ ਸੀ ਜੀ। ਸੋ ਇਹ ਆਈਡੀਆ ਜਦੋਂ ਆਇਆ ਕਿ ਇਸ ਤਰ੍ਹਾਂ ਨਾਲ ਇੱਕ ਨੈਟਵਰਕ ਸ਼ੁਰੂ ਕਰਨਾ ਚਾਹੀਦਾ, ਇੱਕ ਨੈਵਰ ਤੁਸੀਂ ਸਟਾਰਟ ਕੀਤਾ, ਸੋ ਉਸ ਤਰ੍ਹਾਂ ਸਪੋਰਟ ਜਿਹੜਾ ਸੀਗਾ ਉਹਨਾਂ ਨੇ ਤਾਂ ਇੱਕ ਆਈਡੀਆ ਦਿੱਤਾ ਜਾਂ ਉਹਨਾਂ ਨੇ ਇਨਕਰੇਜਮੈਂਟ ਕੀਤੀ। ਉਸ ਟਾਈਮ ਤੇ ਕਿੰਨੇ ਲੋਕ ਤੁਹਾਡੇ ਨਾਲ ਰਲੇ ਆ ਕੇ, ਕਿੰਨੇ ਲੋਕਾਂ ਨੇ ਤੁਹਾਡਾ ਸਪੋਰਟ ਕੀਤਾ? ਸ਼ੋਰ, ਜਦੋਂ ਅਸੀਂ ਪਹਿਲੀ ਮੀਟਿੰਗ ਕੀਤੀ ਸੀਗੀ ਅਬਾਊਟ 70 ਬੰਦੇ ਸੀਗੇ, ਸਾਰੇ ਸਰਵਿਸ ਪ੍ਰੋਵਾਈਡਰ, ਪੁਲਿਸ ਵੱਲੋਂ ਸੀਗੇ, ਬਾਕੀ ਮਿਨਿਸਟਰੀ, 2 ਮਿਨਿਸਟਰੀਆਂ ਸੀਗੀਆਂ, ਫਿਰ ਜਿਹੜੇ ਫਰੰਟ ਲਾਈਨ ਸਟਾਫ ਆ ਉਹ ਸੀਗੇ,
ਜਿੱਦਾਂ immigrant organization ਸੀਗੀਆਂ, women's organization ਸੀ, generally businesses भी सी, average citizen, right, community member भी ਸੀਗੇ, yeah, ਸਾਰੇ ਹੀ ਸੀਗੇ। ਉਦੋਂ ਹੀ ਅਸੀਂ ਸ਼ੁਰੂ ਕੀਤਾ ਸੀ ਕਿ ਸੋਚਿਆ ਸੀ ਕਿ ਨਾਂ ਕੀ ਰੱਖਣਾ, ਨਾਂ ਵੀ ਉਦੋਂ ਹੀ formulate ਹੋਇਆ ਸੀ, ਸਾਰਿਆਂ ਦੀ choice ਸੀਗੀ, voting ਦੇ through ਹੋਇਆ ਸੀ, yeah, ਤਾਂ ਫਿਰ ਜੋ ਕੁਛ ਅਸੀਂ ਇਸ organization ਕਰਨਾ ਆ ਉਹ ਵੀ ਸਾਰਿਆਂ ਨੇ decide ਕੀਤਾ ਸੀਗਾ। ਉਦੋਂ ਅਸੀਂ ਪਹਿਲੀ ਸਟ੍ਰੈਟੇਜਿਕ ਪਲਾਨ ਬਣਾਈ ਸੀਗੀ ਆਰਗੇਨਾਈਜੇਸ਼ਨ ਦੀ। ਤੁਸੀਂ ਕਿਹਾ ਕਿ ਪਲਾਨ ਬਣਾਈ ਸੀ ਵੀ ਕੀ ਕੁਝ ਕਰਨਾ ਆ, ਸੋ ਇਹ ਆਰਗੇਨਾਈਜੇਸ਼ਨ ਕੀ ਕੁਝ ਕਰਦੀ ਹੈ? ਸੋ ਇਹਦਾ ਮੇਨ ਹੈਗਾ ਐਜੂਕੇਸ਼ਨ ਤਾਂ ਪ੍ਰੀਵੈਂਸ਼ਨ, ਸੋ ਬਾਕੀ ਹੈਗਾ ਆ ਕਿ ਐਂਡ ਗੋਲ ਹੈਗਾ ਆ ਕਿ ਐਲੀਮੀਨੇਟ ਕਰੀਏ ਵਾਇਲੈਂਸ ਸੋਸਾਇਟੀ ਦੇ ਵਿੱਚ। ਪਰ ਮੈਂ ਬਹੁਤ ਵਾਰ ਇਹੀ ਕਹਿੰਦੀ ਹੁੰਦੀ ਆ ਕਿ ਐਟ ਲੀਸਟ ਇੱਕ ਜਨਰੇਸ਼ਨ 25 ਸਾਲ ਲੱਗਣੇ ਆ ਜੇ ਸਾਰੀ ਦੁਨੀਆ ਰਲ ਕੇ ਕਰੇ। ਸੋ ਇਹ ਬਹੁਤ ਲੌਂਗ ਟਰਮ ਗੋਲ ਆ, ਇਹ ਨਹੀਂ ਕਿ ਅਸੀਂ ਸਾਡੇ ਲਾਈਫ ਟਾਈਮ 'ਚ ਕਰ ਦੇਣਾ ਆ, ਪਰ ਇਵੈਂਚੁਅਲੀ ਗਾਹਾਂ ਤੇ ਗਾਹਾਂ ਫਿਊਚਰ ਦੇ ਵਿੱਚ ਹੋਊਗਾ। ਅੱਛਾ ਡਾਕਟਰ ਗੁਰਮ, ਤੁਹਾਡੇ ਦੁਆਰਾ ਸਰਵਿਸਿਜ਼ ਕਿਹੜੀਆਂ ਦਿੱਤੀਆਂ ਜਾ ਰਹੀਆਂ ਨੈਵਰ ਦੇ ਦੁਆਰਾ? ਕੀ ਸਰਵਿਸਿਜ਼ ਹੈਗੀਆਂ ਨੇ, ਕਿਹੜੇ ਪਾਰਟਨਰਸ ਨੇ, ਜਾਂ ਸਿਰਫ ਇੱਕ ਇੰਡੀਵਿਜੂਅਲ ਬੋਡੀ ਹੈ? No, ਅਸੀਂ ਨੈਟਵਰਕ ਆ, ਸੋ ਸਾਡੇ ਪਾਰਟਨਰਸ ਜਿੱਦਾਂ ਮੈਂ ਕਿਹਾ ਪੁਲਿਸ ਆ, ਸੋ ਓਵਰ 100 ਆਰਗੇਨਾਈਜੇਸ਼ਨ ਆ, ਉਹਨਾਂ ਦੇ ਸਾਰਿਆਂ ਦੇ ਮੈਨੂੰ ਨਾਮ ਵੀ ਨਹੀਂ ਚੇਤੇ ਰਹਿੰਦੇ, ਪਰ ਤਾਂ ਓਵਰ 200 ਮੈਂਬਰ ਆ। ਸੋ ਜਿੱਦਾਂ ਮੈਂ ਕਿਹਾ ਵਿੱਚ ਪੁਲਿਸ ਏਜੰਸੀ 'ਚ ਆ, ਵਿੱਚ ਇਮੀਗ੍ਰੈਂਟ ਸਰਵਿਸਿਜ਼ ਆ, ਜਾਂ ਸਾਡੇ ਸਰੀ ਵੂਮਨ ਸੈਂਟਰ, ਰਾਈਟ, ਜਿਹੜੇ ਡੋਮੈਸਟਿਕ ਵਾਇਲੈਂਸ ਦੇ ਇਸ਼ੂਜ਼ ਨੂੰ ਡੀਲ ਕਰਦੇ ਉਹ ਵੀ ਆ। ਸੋ ਕਾਫੀ ਆ, ਮਿਨਿਸਟਰੀ ਸਟਾਫ ਵੀ ਹੈਗੇ ਆ ਜਿਹੜੇ ਆ ਜਾਂਦੇ ਆ। ਜਿਹੜਾ ਅਸੀਂ ਸਪੈਸੀਫਿਕਲੀ ਆਪ ਕਰਦੇ ਆ, ਉਹ ਸਾਰੇ ਆਈਡੀਆਜ਼ ਦਿੰਦੇ ਆ, ਸਾਰੇ ਮੀਟਿੰਗਸ 'ਤੇ ਆਉਂਦੇ ਆ, ਉਹ ਹੈਗੇ ਆ ਕਿ ਅਸੀਂ ਸਟੂਡੈਂਟਸ ਨੂੰ ਲੈ ਕੇ, ਸਟੂਡੈਂਟਸ KPU ਤੋਂ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਐਡਲਰ, ਬਾਜਵੇਲੇ, ਸਾਡੇ ਅਦਰ ਆਰਗੇਨਾਈਜੇਸ਼ਨਸ ਜਾਂ ਉਹਨਾਂ ਕੋ ਆਏ ਹੁੰਦੇ ਆ, ਤਾਂ ਉਹ ਰਲ ਕੇ ਮਟੀਰੀਅਲ ਬਣਾਉਂਦੇ ਆ, ਰਿਸੋਰਸਿਸ ਬਣਾਉਂਦੇ ਆ। ਸੋ ਕਿੰਨੇ ਹੀ ਅਸੀਂ ਟੂਲ ਕਿਟਸ ਬਣਾਏ ਹੋਏ ਆ। ਇੱਕ ਹੈਗਾ ਆ ਕਮਿਊਨਿਟੀ ਚੈਂਪੀਅਨ, ਉਹਦਾ ਹੈਗਾ ਆ ਕਿ ਤੁਸੀਂ ਆਪ ਐਵਰੇਜ ਪਰਸਨ ਕਿੱਦਾਂ ਰੈਕਗਨਾਈਜ਼ ਕਰ ਸਕਦਾ ਕਿ ਅਬਿਊਜ਼ ਕੀ ਆ, ਤਾਂ ਫਿਰ ਜੇ ਉਹਨਾਂ ਨੂੰ ਲੱਗਦਾ ਆ ਕਿ ਉਹ ਕੋਈ ਅਬਿਊਜ਼ ਹੋ ਰਿਹਾ ਆ, ਫਿਰ ਉਹਨਾਂ ਦੀ ਮਦਦ ਕਿੱਦਾਂ ਕਰਨੀ ਆ। ਸੋ ਜੇ ਮਦਦ ਕਰਨੀ ਆ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਰਿਸੋਰਸ ਕੀ ਆ, ਜੀ, ਰਾਈਟ। ਸੋ ਸਾਡੇ ਕੋਲ ਰਿਸੋਰਸ ਲਿਸਟ ਵੀ ਆ, ਉਸ ਟੂਲ ਕਿਟ ਵਿੱਚ ਵੀ ਆ, ਪਰ ਫਿਰ ਇੱਕ ਅਸੀਂ ਬਣਾਇਆ ਪਿੰਕ ਬੁੱਕ ਜਿਹਨੂੰ ਅਸੀਂ ਕਹੀਦਾ, ਉਹਦੇ 'ਚ ਸਾਰੇ ਰਿਸੋਰਸਿਸ ਹੈਗੇ ਆ। ਡਾਕਟਰ ਗੁਰਮ, ਜਿੱਦਾਂ ਤੁਸੀਂ ਕਿਹਾ ਕਿ ਵਾਇਲੈਂਸ ਤੇ ਕੰਮ ਹੈ, ਅਸੌਲਟ ਤੇ ਕੰਮ ਹੈ, ਜਾਂ ਅਸੀਂ ਕਹਿ ਸਕਦੇ ਹਾਂ ਅਬਿਊਜ਼ ਦੇ ਉੱਤੇ ਆ। ਸੋ ਅਬਿਊਜ਼ ਇੱਕ ਹੁੰਦਾ ਕਿ ਕਿਸੇ ਨੂੰ ਗਲਤ ਬੋਲਣਾ, ਜੇ ਅਸੀਂ ਗੱਲ ਕਰੀਏ ਅਸੌਲਟ ਦੀ ਤਾਂ ਕਿਸੇ ਨੂੰ ਕੁੱਟਮਾਰ ਕਰਨਾ, ਤੇ ਨਾਲ ਇਹ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਇਹ ਇਮੋਸ਼ਨਲੀ ਵੀ ਜਿਹੜੀ ਹੈ ਕੇਅਰ ਕਰਨ ਦੇ ਲਈ ਕੰਮ ਕਰਦੀਆਂ ਨੇ। ਸੋ ਕਿਹੜੀਆਂ ਸਰਵਿਸਿਜ਼ ਹੁੰਦੀਆਂ ਨੇ? ਸਾਈਕੋਲੋਜੀਕਲ, ਸੋ ਸਾਰਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਥਾਂ ਤੇ ਇਕੱਠੀਆਂ ਕਰਕੇ ਫਿਰ ਤੁਸੀਂ ਸਰਵਿਸਿਜ਼ ਦਿੰਦੇ? ਨੋ, ਅਸੀਂ ਸਰਵਿਸਿਜ਼ ਨਹੀਂ ਦਿੰਦੇ, ਜਿਹੜੇ ਸਾਡੇ ਪਾਰਟਨਰਸ ਆ ਸਾਰੇ ਉਹ ਸਰਵਿਸਿਜ਼ ਦਿੰਦੇ ਆ। ਅਸੀਂ ਤਾਂ ਸਿਰਫ ਉਹਨਾਂ ਨੂੰ ਇਕੱਠੇ ਕਰਦੇ ਆ ਕਿ ਉਹਨਾਂ ਨੂੰ ਪਤਾ ਹੋਵੇ ਰਿਸਰਚ। ਸੋ ਯੂ ਆਰ ਸ਼ੋਇੰਗ ਦ ਵੇ ਵੇਅਰ ਟੂ ਗੋ। ਯਾ, ਤਾਂ ਜੇ ਅਸੀਂ ਕਹਿੰਦੇ ਆ ਕਿ ਸਾਨੂੰ ਜਦੋਂ ਅਸੀਂ ਰਿਸਰਚ ਕਰੀਦੀ ਆ, ਸਾਨੂੰ ਪਤਾ ਕਿ ਆਹ ਪ੍ਰੋਗਰਾਮਸ ਅੱਛੇ ਆ, ਸੋ ਉਹ ਫਿਰ ਉਹ ਪ੍ਰੋਗਰਾਮ ਵਰਤ ਸਕਦੇ ਆ। ਜਾਂ ਅਸੀਂ ਕਹੀਦਾ ਜਿੱਦਾਂ ਹੁਣ ਸਾਡੇ ਟੂਲ ਕਿਟਸ ਆ, ਰਾਈਟ, ਵਿੱਚ ਅਸੀਂ ਸਕੂਲਸ ਲਈ ਬਣਾਏ ਹੋਏ ਆ ਬੱਚਿਆਂ ਲਈ ਕਿ ਉਹਨੀ ਕਿੱਦਾਂ ਹੈਲਥੀ ਰਿਲੇਸ਼ਨਸ਼ਿਪ ਰੱਖਣੀ ਆ। ਸੋ ਅਸੀਂ ਉਹਨਾਂ ਨੂੰ ਉਹ ਦੇ ਦਈਦੇ ਆ ਕਿ ਆ ਤੁਸੀਂ ਲਓ, ਰਾਈਟ, ਸਕੂਲ ਦੇ ਵਿੱਚ ਆਪਣੇ ਉਹ ਗ੍ਰਾਂਟਸ ਲਾ ਕੇ ਜਿੱਦਾਂ ਮਰਜ਼ੀ ਵਰਤ ਸਕਦੇ ਸਾਡਾ ਮਟੀਰੀਅਲ। So it's a relationship not about the family relationship, it's a relationship with the society, it's a relationship in the schools. So ਇਹ ਹੈ ਕਿ ਓਵਰਆਲ ਸਾਰਾ ਕੁਝ ਕਵਰ ਹੁੰਦਾ ਜਿਹੜੀਆਂ ਟੂਲ ਕਿਟਸ ਹੈਗੀਆਂ ਨੇ ਜਾਂ ਜਿਹੜਾ ਵੀ ਵੇ ਤੁਸੀਂ ਪ੍ਰੋਵਾਈਡ ਕਰਦੇ ਜੀ। ਸੋ ਜਦੋਂ ਅਸੀਂ ਰਿਲੇਸ਼ਨਸ਼ਿਪ ਵਾਇਲੈਂਸ ਕਹੀਦਾ ਆ, ਇਹਦਾ ਹੁੰਦਾ ਆ ਕਿ ਜਿਹੜੇ ਦੋ ਜਣੇ ਜਾਂ ਜ਼ਿਆਦਾ ਇੱਕ ਦੂਏ ਨੂੰ ਜਾਣਦੇ ਆ ਤਾਂ ਅਬਿਊਜ਼ ਕਰਦੇ ਆ। ਸੋ ਇਮੋਸ਼ਨਲ ਅਬਿਊਜ਼ ਹੋ ਸਕਦਾ, ਸੈਕਸ਼ੂਅਲ, ਫਾਈਨੈਂਸ਼ੀਅਲ, ਸਪਿਰਿਚੁਅਲ, ਫਿਜ਼ੀਕਲ, ਤਾਂ ਤੁਸੀਂ ਕਿਹਾ ਹੀ ਸੀਗਾ, ਰਾਈਟ। ਸੋ ਇਸ ਹਰੇਕ ਤਰ੍ਹਾਂ ਦੇ ਅਬਿਊਜ਼ ਦੇ ਬੇਸ਼ੱਕ ਹੈਗਾ ਆ ਜਦੋਂ ਹਲੇ ਬੱਚਾ ਬੋਰਨ ਵੀ ਨਹੀਂ ਹੋਇਆ, ਸੋ ਇਨ ਯੂਟਰੋ ਆ, ਹਲੇ ਡਿਵੈਲਪ ਹੋ ਰਿਹਾ ਆ,
ਜਾਂ ਕੋਈ ਸੀਨੀਅਰ ਆ ਅਸੀਂ ਸਾਰੇ ਏਜ ਗਰੁੱਪ ਕਵਰ ਕਰੀਦੇ ਆ ਸੋ ਰਿਲੇਸ਼ਨਸ਼ਿਪ ਦੇ ਵਿੱਚ ਵਾਇਲੈਂਸ ਹੁਣ ਕਈ ਵਾਰ ਹੁੰਦਾ ਹੈ ਕਿ ਅਸੀਂ ਬੋਲਦੇ ਨਹੀਂ ਖਾਸ ਕਰਕੇ ਹੁਣ ਜੇ ਅਸੀਂ ਸਾਊਥ ਏਸ਼ੀਅਨਸ ਦੀ ਗੱਲ ਕਰ ਲਈਏ ਅਸੀਂ ਇੰਡੋ ਕੈਨੇਡੀਅਨਸ ਦੀ ਗੱਲ ਕਰ ਲਈਏ ਤੇ ਉਹ ਸਾਲ ਜਦੋਂ ਤੁਸੀਂ ਸਟਾਰਟ ਕੀਤਾ ਸੀ ਉਦੋਂ ਉਹਨਾਂ ਦਾ ਕਿੰਨਾ ਕੁ ਰਿਸਪੌਂਸ ਆਉਂਦਾ ਸੀ ਆਰ ਪੀਪਲ ਕਮਿੰਗ ਆਊਟ ਕਿ ਹਾਂ ਸਾਡੇ ਨਾਲ ਇਸ ਤਰ੍ਹਾਂ ਨਾਲ ਵਾਇਲੈਂਸ ਹੋ ਰਿਹਾ ਹੈ ਜਾਂ ਡੋਮੈਸਟਿਕ ਵਾਇਲੈਂਸ ਹੋ ਰਿਹਾ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਵਾਇਲੈਂਸ ਹੋ ਰਿਹਾ ਤੇ ਕੰਪੇਅਰ ਟੂ 2021 ਅੱਜ ਕੀ ਸਿਚੁਏਸ਼ਨ ਹੈ ਸੋ ਉਦੋਂ ਵੀ ਆਉਂਦੇ ਸੀ ਫੋਰਵਰਡ ਪਰ ਬਹੁਤ ਘੱਟ ਕਿ ਸੋਸਾਇਟੀ ਕਹਿੰਦੀ ਸੀ ਨੋ ਇਹ ਤਾਂ ਹਸਬੈਂਡ ਐਂਡ ਵਾਈਫ ਔਰ ਫੈਮਿਲੀ ਦਾ ਪ੍ਰੋਬਲਮ ਆ ਇਹ ਸੋਸਾਇਟੀ ਦਾ ਪ੍ਰੋਬਲਮ ਨਹੀਂ ਹੈਗਾ ਫਿਰ ਵਿੱਚ ਲੈਜਿਸਲੇਸ਼ਨ ਵੀ ਚੇਂਜ ਹੋਇਆ ਸੀ ਕਹਿਣ ਨੂੰ ਨਹੀਂ ਸੋਸਾਇਟੀ ਦਾ ਪ੍ਰੋਬਲਮ ਆ ਇਹ ਜਿਹੜਾ ਗਲਤ ਕੰਮ ਆ ਉਹ ਗਲਤ ਕੰਮ ਆ ਇਟ ਡਸਨਟ ਮੈਟਰ ਕਿ ਤੁਸੀਂ ਫੈਮਿਲੀ 'ਚ ਕੀ ਸੋਚਦੇ ਆ ਰਾਈਟ ਸੋ ਸ਼ੁਰੂ ਤੱਕ ਲੈਜਿਸਲੇਸ਼ਨ ਤਾਂ ਕਾਫੀ ਚਿਰ ਪਹਿਲਾਂ ਚੇਂਜ ਹੋਇਆ ਸੀ ਪਰ ਹੁਣ ਜ਼ਿਆਦਾ ਮੇਰੇ ਖਿਆਲ ਅੱਗੇ ਨੂੰ ਥੋੜ੍ਹੇ ਜਿਹੇ ਫੋਰਵਰਡ ਆਉਂਦੇ ਆ ਤਾਂ ਇਹ ਹੈਗਾ ਆ ਬਿਕਾਜ਼ ਜਿਹੜੇ ਵੀ ਅਬਿਊਜ਼ ਹੁੰਦੇ ਆ ਉਹ ਜਦੋਂ ਆਪਣੀ ਸਟੋਰੀ ਦੱਸਦੇ ਆ ਫਿਰ ਹੋਰ ਕਿਸੇ ਨੂੰ ਵੀ ਹੌਸਲਾ ਮਿਲ ਜਾਂਦਾ ਹਾਂ ਮੈਂ ਵੀ ਦੱਸ ਦੇਵਾਂ ਕਿ ਮੈਂ ਵੀ ਚੇਂਜ ਹੋ ਸਕਦਾ ਔਰ ਹੋ ਸਕਦੀ ਰਾਈਟ ਜਿਹੜੀ ਵੀ ਸਿਚੁਏਸ਼ਨ ਹੋਵੇ ਸੋ ਬਹੁਤ ਸਾਰੀਆਂ ਸਟੋਰੀਜ਼ ਤੁਹਾਡੇ ਤੱਕ ਪਹੁੰਚਦੀਆਂ ਹੋਣੀਆਂ ਵਾਇਲੈਂਸ ਦੀਆਂ ਐਨੀ ਸਟੋਰੀ ਐਨੀ ਮੋਟੀਵੇਸ਼ਨਲ ਸਟੋਰੀ ਕਿ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਅਬਿਊਜ਼ ਹੋਇਆ ਜਾਂ ਅਸੌਲਟ ਕੀਤਾ ਗਿਆ ਐਂਡ ਉਹ ਪਰਸਨ ਜਿਹੜਾ ਹੈ ਉਸ ਸਿਚੁਏਸ਼ਨ ਦੇ ਵਿੱਚੋਂ ਬਹੁਤ ਹੀ ਚੰਗੀ ਤਰ੍ਹਾਂ ਨਾਲ ਬਾਹਰ ਆਇਆ ਤੁਹਾਡੀ ਹੈਲਪ ਦੇ ਨਾਲ ਵਿਦਆਊਟ ਟੈਲਿੰਗ ਐਨੀ ਨੇਮ ਆਈ ਨੋ ਇਟਸ ਕੌਨਫੀਡੈਂਸ਼ੀਅਲ ਬਟ ਇਫ ਯੂ ਵਾਂਟ ਸ਼ੇਅਰ ਸਮ ਸਟੋਰੀਜ਼ ਔਰ ਐਨੀਥਿੰਗ ਓਕੇ ਜੇ ਮੈਂ ਸੋਚਾਂ ਸੋ ਜਨਰਲੀ ਅਸੀਂ ਕਹਿ ਸਕਦੇ ਹਾਂ ਜੇ ਔਰਤ ਨੇ ਮੈਨੂੰ ਫੋਨ ਕੀਤਾ ਔਰ ਯੂਜੂਅਲੀ ਮੈਨੂੰ ਕਹਿੰਦੇ ਹੁੰਦੇ ਸਰਵਿਸਿਜ਼ ਕੀ ਆ ਮੈਂ ਐਸ ਸਿਚੁਏਸ਼ਨਸ ਜਾਂ ਮੈਨੂੰ ਸਰਵਿਸ ਪ੍ਰੋਵਾਈਡਰਸ ਦਾ ਫੋਨ ਆਉਂਦਾ ਹੁੰਦਾ ਕਿ ਤੈਨੂੰ ਪਤਾ ਕਿੱਥੇ ਹਾਊਸਿੰਗ ਹੈਗੀ ਆ ਰਾਈਟ ਸੋ ਅਸੀਂ ਉਹ ਫਿਰ ਆਪਣੇ ਨੈਟਵਰਕ ਨਾਲ ਈਮੇਲਸ ਜਾਂ ਫੋਨ ਕਾਲਸ ਕਰਕੇ ਦੇਖੀਦਾ ਹੈ ਕਿ ਕਿੱਥੇ ਹਾਊਸਿੰਗ ਹੈਗੀ ਆ ਸੋ ਉਹਨਾਂ ਨੂੰ ਹਾਊਸਿੰਗ ਦੇ ਵਿੱਚ ਮੂਵ ਕਰ ਦਿੱਤਾ ਰਾਈਟ ਸੋ ਜਦੋਂ ਹਾਊਸਿੰਗ 'ਚ ਮੂਵ ਕੀਤਾ ਫਿਰ ਬਾਕੀ ਸਰਵਿਸਿਜ਼ ਵੀ ਚਾਹੀਦੇ ਹੋ ਸਕਦਾ ਆ ਉਸ ਮੈਂ ਵੂਮਨ ਕਹੂੰਗੀ ਕਿ ਜ਼ਿਆਦਾ ਔਰਤਾਂ ਦੇ ਫੋਨ ਆਉਂਦੇ ਆ ਰਾਈਟ ਉਨੀ ਕਦੇ ਬਾਈ ਵੇਲੇ ਕੰਮ ਨਹੀਂ ਕੀਤਾ ਹੁੰਦਾ ਸੋ ਅਸੀਂ ਉਹਨਾਂ ਨੂੰ ਐਮਪਲੋਇਮੈਂਟ ਦੇ ਸਰਵਿਸਿਜ਼ ਕੇ ਰੈਜ਼ੂਮੇ ਕਿੱਦਾਂ ਲਿਖਣਾ ਤੁਹਾਡੇ ਕੋਲ ਸਕਿੱਲਸ ਕੀ ਆ ਔਰ ਜੇ ਤੁਸੀਂ ਸਕੂਲ ਜਾਣਾ ਆ ਫਿਰ ਉਹ ਮਦਦ ਕਰਨੀ ਆ ਕਿ ਕਿੱਥੇ ਤੁਸੀਂ ਐਡਮਿਸ਼ਨ ਲਾ ਸਕਦੇ ਆ ਰਾਈਟ ਤਾਂ ਬੇਸਿਕਲੀ ਉਹਨਾਂ ਨੂੰ ਸਾਰਾ ਕੁਝ ਸਿਖਾਈਦਾ ਆ ਤਾਂ ਜੇ ਉਹਨਾਂ ਨੇ ਡਾਕਟਰ ਦੇ ਜਾਣਾ ਆ ਜਾਂ ਹੋਰ ਕਿਸੇ ਅਪੁਆਇੰਟਮੈਂਟ 'ਤੇ ਜਾਣਾ ਆ ਉਹਦੇ ਨਾਲ ਵੀ ਜਿਹੜੇ ਸਾਡੇ ਸਰਵਿਸ ਮੈਂਬਰਸ ਆ ਉਹ ਜਾਂਦੇ ਆ ਤਾਂ ਜੇ ਫਿਰ ਉਹਨਾਂ ਨੂੰ ਕੋਰਟਸ ਜਾਣਾ ਪੈਂਦਾ ਫਿਰ ਉਹ ਵੀ ਸਾਡੇ ਮੈਂਬਰਸ ਹੈਗੇ ਆ ਜਿਹੜੇ ਕੋਰਟਸ ਦੇ ਵਿੱਚ ਨਾਲ ਜਾਂਦੇ ਆ ਸੋ ਅਸੀਂ ਆਪ ਨਹੀਂ ਜਾਂਦੇ ਅਸੀਂ ਕੋਆਰਡੀਨੇਟ ਕਰ ਦਿੰਦੇ ਆ ਪਰ ਸਰਵਿਸ ਪ੍ਰੋਵਾਈਡਰਸ ਜਿਹੜੇ ਆ ਉਹ ਫੰਡਡ ਆ ਇਸ ਕੰਮ ਲਈ ਅਸੀਂ ਵਿਦਆਊਟ ਫੰਡਿੰਗ ਆ ਸੋ ਦੈਟ ਵਾਸ ਮਾਈ ਕੁਐਸਚਨ ਕਿ ਤੁਸੀਂ ਵਲੰਟੀਅਰ ਕੰਮ ਕਰਦੇ ਹੋ ਜਾਂ ਗਵਰਨਮੈਂਟ ਤੁਹਾਨੂੰ ਸਾਥ ਦਿੰਦੀ ਹੈ ਜਾਂ ਤੁਸੀਂ ਇਹਦੀ ਫੀਸ ਹੁੰਦੀ ਹੈ ਸੋ ਜਦੋਂ ਤੁਸੀਂ ਨੈਵਰ ਦੀ ਗੱਲ ਕਰਦੇ ਆ ਸੋ ਇਜ਼ देयर ਐਨੀ ਐਡੀਸ਼ਨਲ ਫੀਸ ਫॉर ਨੈਵਰ ਸਰਵਿਸਿਜ਼ ਨੋ ਨੈਵਰਸ ਸਿਰਫ ਅਸੀਂ ਸਾਰੇ ਵਲੰਟੀਅਰ ਆ ਸੋ ਤਾਂ ਹੀ ਮੈਂ ਕਹਿੰਦੀ ਸੀ ਨੋ ਅਸੀਂ ਫਰੰਟਲਾਈਨ ਸਰਵਿਸਿਜ਼ ਨਹੀਂ ਪ੍ਰੋਵਾਈਡ ਕਰਦੇ ਅਸੀਂ ਐਜੂਕੇਸ਼ਨਲ ਟਾਈਪ ਰਿਸੋਰਸਿਸ ਸਾਰਿਆਂ ਨੂੰ ਦਿੰਦੇ ਆ ਸੋ ਯੂ ਆਰ ਗਿਵਿੰਗ ਯੂਰ ਟਾਈਮ ਯਾ ਸੋ ਇਹ ਬਹੁਤ ਵਧੀਆ ਆ ਕਿ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਤੇ ਨਾਲ ਟੂਲ ਕਿਟਸ ਡਿਵੈਲਪ ਕਰਨਾ ਸੋ ਸਟੂਡੈਂਟਸ ਨੂੰ ਨਾਲ ਲੈ ਕੇ ਆਉਣਾ ਵਲੰਟੀਅਰਸ ਨੂੰ ਨਾਲ ਲੈ ਕੇ ਆਉਣਾ ਯੰਗ ਜਨਰੇਸ਼ਨ ਨੂੰ ਨਾਲ ਲੈ ਕੇ ਆਉਣਾ ਉਹਨਾਂ ਨੂੰ ਵੀ ਦੱਸਣਾ ਕਿ ਸਾਡੀ ਸੋਸਾਇਟੀ ਦੇ ਵਿੱਚ ਆਹ ਪ੍ਰੋਬਲਮ ਐਗਜ਼ਿਸਟ ਕਰਦੀ ਹੈ ਐਂਡ ਇਹ ਇੱਕ ਪ੍ਰੋਬਲਮ ਹੈ ਜਿਹੜੀ ਉਹ ਯੰਗਸਟਰਸ ਤੋਂ ਹੀ ਸ਼ੁਰੂ ਹੋ ਸਕਦਾ ਹੈ ਕਿ ਜੇ ਅਸੀਂ ਉਹਨਾਂ ਨੂੰ ਐਡੂਕੇਟ ਕਰਾਂਗੇ ਤਾਂ ਹੀ ਉਹ ਵੱਡੇ ਹੋ ਕੇ ਜਾਂ ਜਦੋਂ ਵੀ ਉਹ ਸੋਸਾਇਟੀ ਦੇ ਮੈਂਬਰ ਜਦੋਂ ਉਹਨਾਂ ਨੂੰ ਸਮਝ ਆਉਣ ਲੱਗ ਜੂਗੀ ਤਾਂ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਗੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਯੰਗ ਜਨਰੇਸ਼ਨ ਜਿਹੜੀ ਤੁਹਾਡੇ ਨਾਲ ਬੱਚੇ ਕੰਮ ਕਰਦੇ ਨੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਜਦੋਂ ਇਦਾਂ ਦੀਆਂ ਸਟੋਰੀਜ਼ ਬਾਹਰ ਆਉਂਦੀਆਂ ਨੋ ਉਹ ਕੁਆਇਟ ਪੋਜ਼ਿਟਿਵ ਆ ਉਹ ਕਹਿੰਦੇ ਅਸੀਂ ਲੀਡਰਸ਼ਿਪ ਰੋਲ ਲਵਾਂਗੇ ਕਿਉਂਕਿ ਅਸੀਂ ਉਹਨਾਂ ਲਈ ਟੂਲ ਕਿਟ ਬਣਾਇਆ ਜਿੱਥੇ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਸਿਖਾ ਲੈਣ ਰਾਈਟ ਸੋ ਪੀਅਰ ਟੂ ਪੀਅਰ ਟ੍ਰੇਨਿੰਗ ਆ ਤਾਂ ਉਹ ਉੱਥੇ LA ਮੈਥਸਨ 'ਚ ਸ਼ੁਰੂ ਕੀਤੀ ਸੀ ਇੱਕ ਸਕੂਲ ਦੇ ਵਿੱਚ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਸਕੂਲਾਂ ਦੇ ਵਿੱਚ ਸ਼ੁਰੂ ਹੋਵੇ ਤਾਂ ਬਾਕੀ ਸਾਡਾ ਪ੍ਰੀ ਸਕੂਲ ਟੂਲ ਕਿਟ ਵੀ ਹੈਗਾ ਆ ਬਿਕਾਜ਼ ਐਕਚੁਅਲੀ ਸਾਨੂੰ ਟ੍ਰੇਨਿੰਗ ਪੇਰੈਂਟਸ ਨੂੰ ਕਰਨੀ ਚਾਹੀਦੀ ਆ ਬਿਫੋਰ ਬੇਬੀਜ਼ ਆਰ ਬੋਰਨ ਰਾਈਟ ਬਿਕਾਜ਼ ਜਿੱਦਾਂ ਅਸੀਂ ਆਪ ਆਪਣੇ ਘਰ 'ਚ ਰਹਿੰਦੇ ਆ ਜਾਂ ਰੋਲ ਮਾਡਲ ਕਰਦੇ ਆ ਕਿ ਕਿੱਦਾਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਨੀ ਆ ਕਿੱਦਾਂ ਕਿਸੇ ਦੀ ਰਿਸਪੈਕਟ ਕਰਨੀ ਆ ਰਾਈਟ ਇੱਜ਼ਤ ਕਰਨੀ ਆ
ਉਹ ਉਦੋਂ ਹੀ ਸਿੱਖਣਾ ਸ਼ੁਰੂ ਹੋ ਜਾਂਦਾ ਬਿਫੋਰ ਦ ਬੇਬੀ ਇਜ਼ ਬੋਰਨ ਰਾਈਟ ਸੋ ਮੇਰਾ ਐਕਚੁਅਲ ਵਿਸ਼ ਆ ਕਿ ਉੱਥੋਂ ਸ਼ੁਰੂ ਕਰਨਾ but very difficult. So preschool toolkit ਅਸੀਂ ਬਣਾਈ ਹੋਇਆ ਪਰ ਹੋਰ ਮੈਂ ਚਾਹੁੰਦੀ ਹਾਂ ਜੇ ਅਸੀਂ ਸਕੂਲ ਸਿਸਟਮ ਨਾਲ ਹੋਰ ਉਹਨਾਂ ਨੂੰ ਕਨਵਿੰਸ ਕਰ ਲਈਏ ਤਾਂ ਗ੍ਰੇਡ ਕਿੰਡਰਗਾਰਟਨ 'ਚ ਸ਼ੁਰੂ ਹੋ ਜਾਵੇ ਤਾਂ ਉਹਨਾਂ ਨੂੰ ਵੇਟ ਨਾ ਕਰਨਾ ਪਵੇ ਜਦੋਂ ਅਸੀਂ 7ਵੀਂ 8ਵੀਂ 9ਵੀਂ ਦੀ ਜਿਹੜੀ ਟੂਲਕਿਟ ਆ ਉਹ ਵਰਤੀ ਦੀ ਆ ਬਿਲਕੁਲ ਕਹਿੰਦੇ ਐਵਰੀਥਿੰਗ ਇਜ਼ ਪੋਸੀਬਲ ਬਟ ਤੁਹਾਨੂੰ ਟਰਾਈ ਕਰਨਾ ਪੈਣਾ ਤੁਹਾਨੂੰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਕਰਨੀਆਂ ਪੈਣੀਆਂ ਨੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਫੈਮਿਨਿਜ਼ਮ ਦੀ ਕਿ ਔਰਤਾਂ ਦੇ ਨਾਲ ਇਦਾਂ ਹੁੰਦਾ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਸਾਨੂੰ ਫੋਨ ਕਰਦੀਆਂ ਹੈਗੀਆਂ ਪਰ ਹੁਣ ਇਹਦੇ ਵਿੱਚ ਮੈਨਸ ਵੀ ਇਸ ਚੀਜ਼ ਦਾ ਸ਼ਿਕਾਰ ਹੈਗੇ ਕਿ ਉਹ ਵੀ ਫੋਨ ਕਰਦੇ ਨੇ ਕਿ ਉਹਨਾਂ ਦੇ ਵੀ ਫੋਨ ਆਉਂਦੇ ਨੇ ਨੋ ਉਹ ਹੱਲੇ ਬਹੁਤ ਘੱਟ ਫੋਰਵਰਡ ਆਉਂਦੇ ਆ ਮੈਂ ਇੱਕ ਹੱਥ 'ਤੇ ਗਿਣ ਸਕਦੀ ਜਿੰਨੇ ਮੈਨਸ ਸਾਨੂੰ ਕੰਟੈਕਟ ਕਰਦੇ ਆ ਬਿਕਾਜ਼ ਉਹਨਾਂ ਨੂੰ ਸਟਿਲ ਹੈਗਾ ਆ ਕਿ ਮੈਂ ਤਾਂ ਬੰਦਾ ਆ ਯੂਜਲੀ ਬਿਗਰ ਹੁੰਦਾ ਆ ਸਾਈਜ਼ ਦੇ ਵਿੱਚ ਰਾਈਟ ਬੜਾ ਹੁੰਦਾ ਤਾਂ ਬੰਦੇ ਸੋਚਦੇ ਆ ਕਿ ਨੋ ਜੇ ਮੈਂ ਕਿਹਾ ਲੱਗਦਾ ਆ ਕਿ ਮੇਰਾ ਕੰਟਰੋਲ ਹੈ ਨਹੀਂ ਮੇਰੇ ਘਰ ਵਿੱਚ ਰਾਈਟ ਬਿਕਾਜ਼ ਬਹੁਤ ਜਿਹੜੀ ਸੋਸਾਇਟੀ ਆ ਉਹ ਹੱਲੇ ਵੀ ਕਹਿੰਦੀ ਆ ਕਿ ਬੰਦੇ ਦਾ ਕੰਟਰੋਲ ਹੁੰਦਾ ਆ ਘਰ 'ਚ ਈਵਨ ਦੋ ਆਪਣੇ ਵੱਲੋਂ ਜਦੋਂ ਆਪਾਂ ਗੱਲ ਕਰਦੇ ਹਾਂ ਅਸੀਂ ਕਹੀਦਾ ਨੂੰ ਸਾਰਿਆਂ ਦਾ ਇੱਕੋ ਜਿਹਾ ਚਾਹੀਦਾ ਆ ਇਕੱਲੇ ਬੰਦੇ ਦਾ ਨਹੀਂ ਹੁੰਦਾ ਪਰ ਹੱਲੇ ਵੀ ਉਹਨਾਂ ਦੇ ਮਨ 'ਚ ਆ ਕਿ ਜੇ ਅਸੀਂ ਫੋਰਵਰਡ ਆਏ ਅਸੀਂ ਬਹੁਤ ਐਮਬੈਰਸ ਹੋਣਾ ਆ ਰਾਈਟ ਐਮਬੈਰਸਮੈਂਟ ਕਾਫੀ ਰੀਜ਼ਨ ਉਹ ਦਿੰਦੇ ਆ ਜਦੋਂ ਅਸੀਂ ਪੁੱਛੀਦਾ ਆ ਕਿ ਕਾਹਤੇ ਨਹੀਂ ਮੈਨ ਫੋਰਵਰਡ ਆਉਂਦੇ ਤਾਂ ਉਹ ਕਹਿ ਦਿੰਦੇ ਆ ਨਹੀਂ ਇੱਦਾਂ ਚੰਗਾ ਨਹੀਂ ਲੱਗਦਾ ਕਿ ਉਹ ਫਲਾਨਾ ਕੀ ਸੋਚੂਗਾ ਉਹ ਸੇਮ ਆ ਔਰਤਾਂ ਵੀ ਇੱਦਾਂ ਹੀ ਕਹਿੰਦੀਆਂ ਹੁੰਦੀਆਂ ਸੀ ਸਾਨੂੰ ਹੱਲੇ ਵੀ ਕਹਿੰਦੀਆਂ ਆ ਕਿ ਨੋ ਸਾਡੀ ਫੈਮਿਲੀ ਦੀ ਇੱਜ਼ਤ ਰਾਈਟ ਤੁਹਾਨੂੰ ਪਤਾ ਆਪਣੀ ਕਮਿਊਨਿਟੀ 'ਚ ਇੱਜ਼ਤ ਬਹੁਤ ਕਹਿੰਦੇ ਆ ਕਿ ਇੱਜ਼ਤ ਦਾ ਸਵਾਲ ਆ ਤਾਂ ਮੇਰਾ ਰਿਸਪੌਂਸ ਹੁੰਦਾ ਹੈ ਕਿ ਉਹ ਕਿੰਨੀ ਕੁ ਇੱਜ਼ਤ ਆ ਜਦੋਂ ਤੁਸੀਂ ਕਿਸੇ ਨੂੰ ਕੁੱਟ ਮਾਰਦੇ ਆ ਜਾਂ ਕਿਸੇ ਨੂੰ ਅਪਰੈਸ ਕਰਦੇ ਆ ਅਬਿਊਜ਼ ਕਰਦੇ ਆ ਰਾਈਟ ਜਿੱਦਾਂ ਆਪਾਂ ਕਹਿੰਦੇ ਆ ਕਿ ਵਰਲਡ ਵਾਈਡ ਪ੍ਰੋਬਲਮ ਹੈਗੀ ਆ ਇਹਨੂੰ ਜਿਹੜਾ ਹੈ ਉਹ ਸੁਧਾਰਨਾ ਤਾਂ ਪੂਰੀ ਵਰਲਡ ਦੇ ਵਿੱਚ ਵੀ ਅਵੇਅਰਨੈਸ ਹੋਣੀ ਚਾਹੀਦੀ ਹੈ ਚਲੋ ਅਸੀਂ ਇੱਕ ਸਿਟੀ ਤੋਂ ਇੱਕ ਕਮਿਊਨਿਟੀ ਤੋਂ ਸ਼ੁਰੂ ਕੀਤਾ ਆ ਪਰ ਮੈਨੂੰ ਲੱਗਦਾ ਹੈ ਕਿ ਪੂਰੀਆਂ ਸਾਰੀਆਂ ਕਮਿਊਨਿਟੀਜ਼ ਜਿੰਨੀਆਂ ਵੀ ਕਮਿਊਨਿਟੀਜ਼ ਨੇ ਉਹਨਾਂ ਸਾਰਿਆਂ ਦੇ ਵਿੱਚ ਅਜਿਹੀ ਚੀਜ਼ ਆ ਜਿਹੜੀ ਤੇ ਵਰਕ ਕਰਨ ਦੀ ਲੋੜ ਹੈਗੀ ਆ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਚੇਂਜਸ ਤੇ ਕੰਮ ਕਰਨਾ ਪੈਣਾ ਇਹ ਵਰਲਡ ਪ੍ਰੋਬਲਮ ਹੈਗਾ ਆ ਕਿ ਇੱਕ ਇਕੱਲੇ ਜੇ ਔਰਤਾਂ ਦਾ ਸਟੈਟਿਸਟਿਕ ਦੇਵਾਂ ਇੱਕ ਤਿੰਨਾਂ ਚੋਂ ਅਬਿਊਜ਼ ਹੋ ਰਹੀ ਆ ਅਰਾਊਂਡ ਦ ਵਰਲਡ ਰਾਈਟ ਜਿਹੜਾ ਅਸੀਂ ਕਹਿੰਦੇ ਆ ਕਿੱਥੋਂ ਸ਼ੁਰੂ ਕਰਨਾ ਆ ਉਹ ਤਾਂ ਜਿਹੜਾ ਮੈਂ ਅਰਲੀਅਰ ਕਹਿੰਦੀ ਸੀਗੀ ਜਦੋਂ ਬਿਫੋਰ ਦ ਬੇਬੀ ਇਜ਼ ਬੋਰਨ ਸਾਨੂੰ ਪੈਰੈਂਟਿੰਗ ਕਲਾਸਿਸ ਚਾਹੀਦੇ ਆ ਕਿ ਕਿੱਦਾਂ ਉਹਨੂੰ ਰੇਜ਼ ਕਰਨਾ ਕਮਿਊਨੀਕੇਸ਼ਨ ਕਲਾਸਿਸ ਚਾਹੀਦੇ ਆ ਇੱਕ ਦੂਏ ਨਾਲ ਕਿੱਦਾਂ ਗੱਲ ਕਰਨੀ ਆ ਫੈਮਿਲੀ ਨਾਲ ਕਿੱਦਾਂ ਗੱਲ ਕਰਨੀ ਆ ਰਾਈਟ ਸੋ ਜੇ ਇਹ ਅਸੀਂ ਸੋਲਵ ਕਰ ਲਈਏ ਫਿਰ ਅਬਿਊਜ਼ ਵੀ ਆਪਾਂ ਐਲੀਮੀਨੇਟ ਕਰ ਸਕਦੇ ਹਾਂ ਮਾਈਂਡ ਸੈਟ ਚੇਂਜ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਕਿ ਅਸੀਂ ਕੀ ਸੋਚਦੇ ਹੈਗੇ ਆ ਅਸੀਂ ਜੋ ਚੀਜ਼ਾਂ ਸਾਨੂੰ ਪਹਿਲਾਂ ਸਿਖਾਈਆਂ ਜਾਂਦੀਆਂ ਸੀਗੀਆਂ ਉਹ ਚੀਜ਼ਾਂ ਅਸੀਂ ਸਟਕ ਕਰਕੇ ਉਹਨਾਂ ਦੇ ਨਾਲ ਕਰ ਰਹੇ ਆ ਜਦੋਂ ਕਹਿੰਦੇ ਆ ਕਿ ਟਾਈਮ ਚੇਂਜ ਹੋ ਰਿਹਾ ਸੋ ਸਾਨੂੰ ਪੋਜ਼ਿਟਿਵ ਚੇਂਜ ਲੈ ਕੇ ਆਉਣ ਦੀ ਵੀ ਲੋੜ ਹੈਗੀ ਆ ਹੁਣ ਜਦੋਂ ਅਸੀਂ ਗੱਲ ਕਰਦੇ ਆ ਸੋਸਾਇਟੀ ਦੀ ਵੀ ਆਰ ਪਾਰਟ ਆਫ ਸੋਸਾਇਟੀ ਸਾਡੇ ਨਾਲ ਹੀ ਸੋਸਾਇਟੀ ਬਣਦੀ ਹੈ ਸੋਸਾਇਟੀ ਦਾ ਰੋਲ ਕੀ ਹੋਣਾ ਚਾਹੀਦਾ ਸੋਸਾਇਟੀ ਦਾ ਰੋਲ ਹੋਣਾ ਚਾਹੀਦਾ ਆ ਕਿ ਜੋ ਕੁਛ ਐਨ ਪੋਜ਼ਿਟਿਵ ਆ ਉਹ ਪ੍ਰਮੋਟ ਕਰਨ ਦਾ ਇਹ ਨਹੀਂ ਹੋ ਕਿ ਚੁਗਲੀਆਂ ਕਰਨੀਆਂ ਜਾਂ ਕਹਿਣਾ ਕਿ ਨਹੀਂ ਉਹ ਤੁਹਾਨੂੰ ਪਤਾ ਉਹਨੇ ਕੀ ਕੀਤਾ ਉਹ ਇੱਦਾਂ ਸੀ ਉਹ ਉੱਦਾਂ ਸੀ ਰਾਈਟ ਉਹਦੇ ਥਾਂ ਸਾਨੂੰ ਕਹਿਣਾ ਚਾਹੀਦਾ ਆ ਕਿ ਉਹ ਜਦੋਂ ਉਹ ਗੇਮ ਖੇਲਦੀ ਸੀ ਬਹੁਤ ਵਧੀਆ ਖੇਲਦੀ ਸੀ ਰਾਈਟ ਜਾਂ ਉਹ ਜਦੋਂ ਅਸੀਂ ਉਹਨਾਂ ਦੇ ਘਰ ਖਾਣ ਗਏ ਸੀ ਉਹਨਾਂ ਦਾ ਡਿਨਰ ਬਹੁਤ ਵਧੀਆ ਸੀ ਰਾਈਟ ਜਿਹੜੇ ਪੋਜ਼ਿਟਿਵ ਗੱਲਾਂ ਆ ਉਹ ਜ਼ਿਆਦਾ ਸਾਨੂੰ ਕਰਨੀਆਂ ਚਾਹੀਦੀਆਂ ਤਾਂ ਨੈਗੇਟਿਵ ਘਟਾਉਣੀਆਂ ਚਾਹੀਦੀਆਂ ਇਹ ਤੁਸੀਂ ਬਹੁਤ ਵਧੀਆ ਪੁਆਇੰਟ ਕਿਹਾ ਕਿ ਜਦੋਂ ਅਸੀਂ ਆਪਣੇ ਘਰਾਂ ਤੋਂ ਹੀ ਸ਼ੁਰੂ ਕਰ ਸਕਦੇ ਹੈਗੇ ਆ ਕਿ ਜਦੋਂ ਵੀ ਕੋਈ ਗੱਲ ਕਰਨੀ ਆ ਪੋਜ਼ਿਟਿਵ ਕਰ ਸਕਦੇ ਹੈਗੇ ਆ ਨੈਗੇਟਿਵ ਚੀਜ਼ਾਂ ਨੂੰ ਸਾਨੂੰ ਇਗਨੋਰ ਕਰਨਾ ਚਾਹੀਦਾ ਜਦੋਂ ਤੁਸੀਂ ਤੁਹਾਡੇ ਘਰ ਵੀ ਕੋਈ ਆਉਂਦਾ ਤਾਂ ਵੀ ਪੋਜ਼ਿਟਿਵ ਚੀਜ਼ਾਂ ਵੱਲ ਦਾ ਧਿਆਨ ਦੇਣਾ ਚਾਹੀਦਾ ਜਿੰਨੀ ਪੋਜ਼ਿਟਿਵਿਟੀ ਹੋਵੇ ਉਨੀ ਹੀ ਵਧਾਉਣੀ ਚਾਹੀਦੀ ਹੈ ਪਰ ਹੁਣ ਨੈਵਰ ਦੀ ਅਸੀਂ ਦੁਬਾਰਾ ਗੱਲ ਕਰੀਏ ਕਿ ਨੈਵਰ ਦੇ ਵਿੱਚ ਇਵੈਂਟਸ ਕੀਤੇ ਜਾਂਦੇ ਆ ਤੁਹਾਡੇ ਵੱਲੋਂ ਕਾਨਫਰੰਸਿਸ ਔਰ ਸੈਮੀਨਾਰ ਕੀਤੇ ਜਾਂਦੇ ਆ ਟੂ ਅਵੇਅਰਨੈਸ ਦੇ ਲਈ ਜੀ ਇੱਕ ਤਾਂ ਸਾਲ ਐਵਰੀ ਈਅਰ ਅਸੀਂ ਕਾਨਫਰੰਸ ਕਰੀਦਾ ਆ ਉਹ 'ਤੇ ਟੌਪਿਕ ਹੈਗਾ ਆ ਜੋ ਕੁਛ ਸਾਡੇ ਜਿਹੜੇ ਸਰਵਿਸ ਪ੍ਰੋਵਾਈਡਰਸ ਆ ਉਹ ਕਹਿਣ ਸਾਨੂੰ ਇਸ ਟੌਪਿਕ ਦੀ ਲੋੜ ਆ ਬਾਕੀ ਅਸੀਂ ਇੱਕ ਇਵੈਂਟ ਕਰੀਦਾ 1 ਬਿਲੀਅਨ ਰਾਈਜ਼ਿੰਗ ਉਹ ਫੈਬਰੂਰੀ 14th ਦੇ ਆਲੇ ਦੁਆਲੇ ਹੁੰਦਾ ਆ
ਉਹ ਇੰਟਰਨੈਸ਼ਨਲ ਮੂਵਮੈਂਟ ਆ ਜਿੱਦਾਂ ਮੈਂ ਕਹਿੰਦੀ ਸੀ 1 in 3 women ਜਿਹੜੇ ਇੰਪੈਕਟਡ ਆ ਹਨਾ ਜੀ। ਜਦੋਂ ਉਹ ਸ਼ੁਰੂ ਹੋਇਆ ਸੀਗਾ 2012 ਦੇ ਵਿੱਚ ਉਦੋਂ 1 billion women impacted ਸੀ ਤਾਂ ਉਹ 1 billion rising ਉਹਦਾ ਨਾਂ ਰੱਖਿਆ ਗਿਆ ਆ ਸੋ ਉਹ ਵੀ ਅਵੇਅਰਨੈਸ ਇਵੈਂਟ ਆ ਬਾਕੀ December 6 ਜਿਹੜਾ ਇੱਥੇ ਆਪਾਂ ਮਨਾਈਦਾ ਕੈਨੇਡਾ ਦੇ ਵਿੱਚ ਔਰ ਰੈਕਗਨਾਈਜ਼ ਕਰੀਦਾ ਅਬਿਊਜ਼ ਦਾ ਡੇ ਹੈਗਾ ਆ ਉਹਦੇ ਵਿੱਚ ਵੀ ਅਸੀਂ ਹਿੱਸਾ ਲਈਦਾ ਆ ਯੂਜੂਅਲੀ ਜਿਹੜੇ ਲੋਕਲ ਯੂਨੀਅਨਸ ਆ ਉਹ ਆਰਗੇਨਾਈਜ਼ ਕਰਦੇ ਹੁੰਦੇ ਆ ਕਾਫੀ ਟਾਈਮ ਮੈਂ ਉੱਥੇ ਸਪੀਚ ਕੀਤੀ ਆ ਜਸਟ ਕਿੱਦਾਂ ਅਸੀਂ ਸੋਸਾਇਟੀ ਨੂੰ ਐਡਰੈਸ ਕਰ ਸਕਦੇ ਹਾਂ ਸੋ ਨੈਵਰ ਦਾ ਪਾਰਟ ਵੀ ਬਣਿਆ ਜਾ ਸਕਦਾ ਇਜ਼ देयर ਐਨੀ ਮੈਂਬਰਸ਼ਿਪ ਆਪਣੇ ਕੋ 200 ਪਲੱਸ ਆ ਇਸ ਵੇਲੇ ਤਾਂ ਜਿਨ ਵੀ ਜੁਆਇਨ ਕਰਨਾ ਆ ਸਾਰਾ ਕੁਝ ਫ੍ਰੀ ਆ ਜਿੱਦਾਂ ਮੈਂ ਕਹਿੰਦੀ ਸੀਗੀ ਰਾਈਟ ਸਾਡੇ ਰਿਸੋਰਸਿਸ ਵੀ ਫ੍ਰੀ ਆ ਤੁਸੀਂ ਨੈਵਰ ਨੂੰ ਈਮੇਲ ਕਰ ਸਕਦੇ ਆ nevr@kpu.ca ਸੋ ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਮੈਂਬਰ ਬਣ ਸਕਦੇ ਆ ਸੋ ਵੋਲੰਟੀਅਰ ਸਰਵਿਸਿਜ਼ ਹੋ ਸਕਦੀਆਂ ਨੇ ਕਿ ਉਹ ਵੋਲੰਟੀਅਰ ਦੇ ਵਿੱਚ ਤੁਹਾਡਾ ਕੰਮ ਸਾਥ ਦੇ ਸਕਦੇ ਨੇ ਜਾਂ ਜਦੋਂ ਤੁਹਾਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਨੂੰ ਸਰਵਿਸਿਜ਼ ਦੇ ਲਈ ਡਾਇਰੈਕਟ ਕਰ ਸਕਦੇ ਆ ਸੋ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਰ ਸਕਦੇ ਨੇ ਉੱਥੇ ਜੇ ਕੋਈ ਮੈਂਬਰ ਬਣਦਾ ਤਾਂ ਜੇ ਕੋਈ ਮੈਂਬਰ ਬਣਦਾ ਆ ਪਹਿਲਾਂ ਤਾਂ ਅਸੀਂ ਉਹਨਾਂ ਦੇ ਆਈਡੀਆਜ਼ ਦਾ ਚਾਹੁੰਦੇ ਆ ਕਿਉਂਕਿ ਉਹਨਾਂ ਦੀ ਸੋਚ ਕੀ ਆ ਕਿ ਜਿੰਨੇ ਵੀ ਸਾਡੇ ਕੋਲ ਡਿਫਰੈਂਟ ਓਪੀਨੀਅਨ ਹੋਣ ਉਸ ਹਿਸਾਬ ਨਾਲ better decision ਬਣਦੇ ਆ ਤਾਂ better resources ਬਣਦੇ ਆ ਰਾਈਟ ਸੋ ਇਹ ਨਹੀਂ ਕਿ ਤੁਸੀਂ ਇੱਕ ਪੁਆਇੰਟ ਆਫ ਵਿਊ ਤੋਂ ਹੀ ਸਾਰਾ ਕੁਝ ਦੇਖੀ ਜਾਓ ਸੋ ਇਹ ਸਭ ਤੋਂ ਜ਼ਿਆਦਾ ਮੈਂ ਕਹੂੰਗੀ ਇੰਪੋਰਟੈਂਟ ਆ ਨੈਵਰ ਲਈ ਬਾਕੀ ਹੈਗਾ ਆ ਜੇ ਉਹਨਾਂ ਕੋਲ ਟਾਈਮ ਹੈਗਾ ਆ ਉਹ ਵੋਲੰਟੀਅਰ ਕਰ ਸਕਦੇ ਆ ਅਸੀਂ ਉਹਨਾਂ ਨੂੰ ਡਾਇਰੈਕਟ ਕਰ ਸਕਦੇ ਆ ਸਾਡੇ ਦੂਏ ਸਰਵਿਸ ਪ੍ਰੋਵਾਈਡਰ ਨੂੰ ਜਦੋਂ ਕਿਸੇ ਨੂੰ ਜਾਂ ਰਾਈਡ ਚਾਹੀਦੀ ਹੋਵੇ ਜਾਂ ਉਹਨਾਂ ਨੂੰ ਹੋਰ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੋਵੇ ਜੇ ਕੋਈ ਇਨਕਲਾਈਨਡ ਜਾਂ ਐਕੈਡੈਮਿਕ ਜਾਂ ਸਾਡੇ ਅੰਗਰ ਜਾਂ ਪ੍ਰੋਫੈਸ਼ਨਲ ਉਹ ਸਾਨੂੰ ਮਦਦ ਕਰ ਸਕਦਾ ਆ ਡਿਫਰੈਂਟ ਰਿਸੋਰਸਿਸ ਬਣਾਉਣ ਦੀ ਬਾਕੀ ਸੋਸ਼ਲ ਮੀਡੀਆ ਕੈਂਪੇਨ ਵੀ ਅਸੀਂ ਹੌਲੀ ਹੌਲੀ ਚਲਾਉਂਦੇ ਆ ਕਿਉਂਕਿ ਯੂਜੂਅਲੀ ਸਾਡੇ ਸਟੂਡੈਂਟਸ ਚਲਾਉਂਦੇ ਹੁੰਦੇ ਆ ਪਰ ਜੇ ਸਾਡੇ ਕੋਲ ਪ੍ਰੋਫੈਸ਼ਨਲ ਵੋਲੰਟੀਅਰਸ ਹੋਣ ਜਿਹੜੇ ਉਹ ਕਰ ਸਕਦੇ ਆ ਸਾਡਾ ਵੈਬਸਾਈਟ ਵੀ ਡਿਵੈਲਪ ਕਰ ਸਕਦੇ ਆ ਜੇ ਉਹਨਾਂ ਕੋਲ ਬਿਜ਼ਨਸ ਬੈਕਗ੍ਰਾਉਂਡ ਜਾਂ ਉਹ ਸਟ੍ਰੈਟੇਜਿਕ ਪਲਾਨ ਨੂੰ ਵੀ ਆਲਟਰ ਕਰ ਸਕਦੇ ਆ ਰਾਈਟ ਸੋ ਜਿੱਦਾਂ ਦਾ ਵੀ ਕੋਈ ਵੋਲੰਟੀਅਰ ਕਰਨਾ ਚਾਹੁੰਦਾ ਆ ਉਸ ਤਰ੍ਹਾਂ ਦੇ ਅਸੀਂ ਵੋਲੰਟੀਅਰ ਐਕਸੈਪਟ ਕਰ ਲੈਂਦੇ ਹਰੇਕ ਤਰ੍ਹਾਂ ਦੇ ਜਿੰਨੀ ਵੀ ਸਪੋਰਟ ਮਿਲ ਜਾਵੇ ਉਨੀ ਹੀ ਥੋੜੀ ਆ ਕਿਉਂਕਿ ਜਿੰਨੇ ਲੋਕ ਇਨਵੋਲਵ ਹੋਣਗੇ ਉਨੇ ਲੋਕ ਐਡੂਕੇਟ ਹੋਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਕਿਹੜੀਆਂ ਸਿਚੁਏਸ਼ਨਸ ਫੇਸ ਕਰਦੇ ਆ ਕਮਿਊਨਿਟੀ ਦੇ ਲੋਕ ਕਿਉਂਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਰਾ ਕੁਝ ਸਹੀ ਹੈ ਜੋ ਸਾਡੇ ਨਾਲ ਸਹੀ ਹੋ ਰਿਹਾ ਸਾਰੇ ਸਾਡੇ ਆਲੇ ਦੁਆਲੇ ਵੀ ਸਹੀ ਹੋ ਰਿਹਾ ਬਟ ਅਜਿਹਾ ਨਹੀਂ ਕਿ ਜਿੱਥੇ ਵੀ ਅਸੀਂ ਦੇਖਦੇ ਹਾਂ ਕੋਈ ਨਾ ਕੋਈ ਪ੍ਰੋਬਲਮ ਜਾਂ ਕੋਈ ਨਾ ਕੋਈ ਅਜਿਹਾ ਅਬਿਊਜ਼ ਦਾ ਮਾਮਲਾ ਅਸੌਲਟ ਦਾ ਮਾਮਲਾ ਜਿਹੜਾ ਉਹ ਸਾਹਮਣੇ ਆ ਜਾਂਦਾ ਚਾਹੇ ਉਹ ਸਾਡੀ ਫੈਮਿਲੀ ਦੇ ਵਿੱਚ ਹੈਗਾ ਆ ਚਾਹੇ ਉਹ ਸਾਡੀ ਸੁਸਾਇਟੀ ਦੇ ਵਿੱਚ ਹੈਗਾ ਚਾਹੇ ਵਰਕ ਪਲੇਸ ਦੇ ਉੱਤੇ ਹੈਗਾ ਸੋ ਐਨੀਵੇਅਰ ਜਿੱਥੇ ਵੀ ਤੁਸੀਂ ਕੰਮ ਕਰਦੇ ਆ ਸ਼ਾਇਦ ਤੁਹਾਨੂੰ ਡਿਫਿਕਲਟੀਜ਼ ਆਉਂਦੀਆਂ ਹੋਣਗੀਆਂ ਸੋ ਉਹਨਾਂ ਦੇ ਲਈ ਤੁਸੀਂ ਕੰਮ ਕਰਦੇ ਆ ਵਿਜ਼ਨ ਦੀ ਅਸੀਂ ਜੇ ਗੱਲ ਕਰੀਏ ਤਾਂ ਤੁਹਾਡਾ ਜਿੱਥੋਂ ਤੱਕ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਇਹ ਲੱਗਦਾ ਵਿਜ਼ਨ ਇਹ ਹੈ ਕਿ ਐਲੀਮੀਨੇਟ ਕਰਨਾ ਸਾਰਾ ਕੁਝ ਇੱਕ ਹੈਪੀ ਕਮਿਊਨਿਟੀ ਬਣਾਉਣਾ ਇੱਕ ਹੈਪੀਲੀ ਫੈਮਿਲੀ ਹੈ ਜਿਹੜੀ ਉਹ ਬਣਾਉਣਾ ਨਾਟ ਹੈਪੀ ਕਿ ਤੁਸੀਂ ਦੇਖ ਕੇ ਸਮਾਈਲ ਕਰ ਰਹੇ ਹੋ ਉਹ ਹੈਪੀਨੈਸ ਨਹੀਂ ਤੁਹਾਡੀ ਇੰਟਰਨਲ ਹੈਪੀਨੈਸ ਵੀ ਜ਼ਰੂਰੀ ਹੈ ਤੇ ਨਾਲ ਨਾਲ ਤੁਹਾਨੂੰ ਹੈਲਥੀ ਲਾਈਫ ਜਿਉਣਾ ਵੀ ਜ਼ਰੂਰੀ ਹੈਗਾ ਸੋ ਐਂਡ ਦੇ ਉੱਤੇ ਕੀ ਮੈਸੇਜ ਹੈ ਕੀ ਤੁਸੀਂ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ ਆਡੀਅੰਸਸ ਨੂੰ ਕਹੂੰਗੀ ਕਿ ਜਿਹੜਾ ਤੁਹਾਡਾ ਕਮਿਊਨੀਕੇਸ਼ਨ ਸਕਿੱਲਸ ਜਾਂ ਇੱਕ ਦੂਏ ਦੇ ਨਾਲ ਉਹ ਬਹੁਤ ਇੰਪੋਰਟੈਂਟ ਆ ਬੇਸ਼ੱਕ ਨਿਆਣਿਆਂ ਨਾਲ ਜਾਂ ਹੋਰ ਫੈਮਿਲੀ ਮੈਂਬਰਸ ਨਾਲ ਕਮਿਊਨਿਟੀ ਨਾਲ ਸੋਸਾਇਟੀ ਨਾਲ ਜਿਹੜਾ ਵੀ ਮਰਜ਼ੀ ਹੋਵੇ ਤਾਂ ਉਹ ਤੋਂ ਬਗੈਰ ਮੈਂ ਕਹੂੰਗੀ ਬਾਕੀ ਕਿ ਪੋਜ਼ਿਟਿਵ ਰਹਿਣਾ ਆ ਤੁਸੀਂ ਕਿੱਦਾਂ ਆਪਣੇ ਆਪ ਨੂੰ ਸਹੀ ਰੱਖ ਸਕਦੇ ਆ ਜਿੱਥੇ ਤੁਸੀਂ ਆਪਣੇ ਆਪ ਨੂੰ ਸਮਝਦੇ ਆ ਕਿ ਆਈ ਫੀਲ ਗੁੱਡ ਰਾਈਟ ਤਾਂ ਬੇਸ਼ੱਕ ਤੁਸੀਂ ਬਿਮਾਰ ਆ ਪਰ ਫਿਰ ਵੀ ਤੁਹਾਨੂੰ ਇਹ ਹੈਗਾ ਕਨੈਕਸ਼ਨ ਹੈਗਾ ਕਮਿਊਨਿਟੀ ਨਾਲ ਫਰੈਂਡਸ ਦੇ ਨਾਲ ਤਾਂ ਤੁਹਾਨੂੰ ਲੱਗਦਾ ਆ ਕਿ ਅਸੀਂ ਠੀਕ ਆ ਬਿਲਕੁਲ ਡਾਕਟਰ ਗੁਰਮ ਕੀ ਤੁਸੀਂ ਕਿਹਾ ਕਿ ਸਾਨੂੰ ਪੋਜ਼ਿਟਿਵ ਹੋਣਾ ਚਾਹੀਦਾ ਆ ਸਾਨੂੰ ਪੋਜ਼ਿਟਿਵਿਟੀ ਵੀ ਫੈਲਾਉਣੀ ਚਾਹੀਦੀ ਹੈ ਜੇ ਅਸੀਂ ਪੋਜ਼ਿਟਿਵ ਹਾਂ ਤਾਂ ਸਾਨੂੰ ਪੋਜ਼ਿਟਿਵ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਇੱਕ ਵੀ ਨੈਗੇਟਿਵ ਵਾਈਬ ਤੁਹਾਨੂੰ ਸਾਰਾ ਨੈਗੇਟਿਵ ਕਰ ਜਾਂਦੀ ਹੈ ਸੋ ਥੈਂਕ ਯੂ ਸੋ ਮੱਚ ਕਿ ਨੈਵਰ ਇੰਨਾ ਵਧੀਆ ਕੰਮ ਕਰ ਰਿਹਾ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਵਿਜ਼ਨ ਤੁਸੀਂ ਵਧੀਆ ਲੈ ਕੇ ਚੱਲੇ ਹੋ ਤੇ ਹੋਪਫੁਲੀ ਕਿ ਇੱਕ ਜਨਰੇਸ਼ਨ ਤੋਂ ਬਾਅਦ ਜਿਹੜੀ ਦੂਜੀ ਜਨਰੇਸ਼ਨ ਹੋਊਗੀ ਉਹਦੇ ਵਿੱਚ ਸਾਨੂੰ ਚੇਂਜ ਜਿਹੜਾ ਉਹ ਦੇਖਣ ਨੂੰ ਮਿਲੂਗਾ ਪਰ ਤੁਹਾਡੇ ਨਾਲ ਹਰ ਹਫਤੇ ਸਾਡੀ ਗੱਲਬਾਤ ਹੁੰਦੀ ਰਹੇਗੀ ਡਿਫਰੈਂਟ ਟੌਪਿਕਸ ਦੇ ਉੱਤੇ ਅੱਜ ਲਈ ਤੁਹਾਡਾ ਧੰਨਵਾਦ ਥੈਂਕ ਯੂ ਸੋ ਮੱਚ ਥੈਂਕ ਯੂ ਅਰਸ਼ਦੀਪ ਸੋ ਡਾਕਟਰ ਗੁਰਮ ਦੇ ਨਾਲ ਅੱਜ ਗੱਲ ਹੋਈ ਤੇ ਗੱਲਬਾਤ ਦੇ ਵਿੱਚ ਅਸੀਂ ਗੱਲ ਕੀਤੀ ਨੈਵਰ ਦੇ ਬਾਰੇ ਆਰਗੇਨਾਈਜੇਸ਼ਨ ਜਿਹੜੀ
ਕੰਮ ਕਰ ਰਹੀ ਹੈ ਕਮਿਊਨਿਟੀ ਦੇ ਲਈ। ਸਰਵਿਸਿਜ਼ ਜੇ ਕਿਸੇ ਨੂੰ ਚਾਹੀਦੀਆਂ ਨੇ ਇਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ। ਸਕਰੀਨ ਦੇ ਉੱਤੇ ਇਹਨਾਂ ਦੀ ਈਮੇਲ ਵੀ ਆ ਰਹੀ ਹੈ, ਇਹਨਾਂ ਦੇ ਫੋਨ ਨੰਬਰ ਵੀ ਆ ਰਹੇ ਨੇ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਕਿ ਅਸੀਂ ਆਪਣੀ ਜਿਹੜੀ ਕਮਿਊਨਿਟੀ ਹੈ, ਆਪਣੀ ਲਾਈਫ ਹੈਗੀ ਆ, ਉਹ ਹੈਲਥੀ ਵੈਲਬੀਂਗ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਜਿਹੜੀ ਉਹ ਬਣਾ ਸਕੀਏ, ਸਿਰਫ ਤੇ ਸਿਰਫ ਆਪਣੀ ਨਹੀਂ, ਆਪਣੇ ਆਲੇ ਦੁਆਲੇ ਦੀ ਵੀ। ਤੁਹਾਡੇ ਨਾਲ ਇਸੇ ਤਰ੍ਹਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।